ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਇਸ ਵੇਲੇ ਦਾ ਖਾਸ ਨਿਊਜ਼ ਬੁਲੇਟਿਨ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਅੱਜ ਦੀ ਇਸ ਬੁਲੇਟਿਨ ਦੀ ਸ਼ੁਰੂਆਤ ਨਵਜੋਤ ਸਿੰਘ ਸਿੱਧੂ ਤੋਂ ਕਰਾਂਗੇ। ਨਵਜੋਤ ਸਿੰਘ ਸਿੱਧੂ ਦਿੱਲੀ ਤੋਂ ਬਾਅਦ ਸਿੱਧਾ ਜਲੰਧਰ ਪਹੁੰਚਦੇ ਨੇ ਤੇ ਜਲੰਧਰ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ 5 ਨਿਕਾਤੀ ਏਜੰਡੇ ਦੇ ਉੱਤੇ ਸਭ ਤੋਂ ਵੱਡਾ ਬਿਆਨ ਦਿੱਤਾ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਥਰਮਲ ਪਲਾਂਟਾਂ ਦੇ ਸਮਝੌਤੇ ਰੱਦ ਕਰਨ ਦੀ ਤਰਤੀਬ ਅੱਗੇ ਵਧਾਈ ਹੈ, ਇਸ ਦਾ ਭਾਵ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਫੈਸਲੇ ਹੋ ਸਕਦੇ ਨੇ। ਵੱਡਾ ਬਿਆਨ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਆਉਣ ਵਾਲੇ ਦਿਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਦਿੱਤਾ। ਪਹਿਲਾਂ ਬਿਆਨ ਸੁਣਦੇ ਹਾਂ ਤੇ ਫਿਰ ਇਸ ਦੇ ਉੱਤੇ ਅੱਗੇ ਵਧਾਂਗੇ। ਜਿਹੜੇ ਫਾਲਟੀ ਪੀਪੀਏਜ਼ ਨੇ, ਬਿਜਲੀ ਦੇ ਜਿਹੜੇ ਐਗਰੀਮੈਂਟ ਨੇ, ਮੈਂ ਇਹ ਗਰਵ ਨਾਲ ਕਹਿ ਸਕਦਾ ਕਿ ਸ਼ਾਇਦ ਹੀ ਕੋਈ ਹਿੰਦੁਸਤਾਨ 'ਚ ਐਸਾ ਸੂਬਾ ਹੋਵੇ ਜਿਹੜਾ 10,000 ਕਰੋੜ ਤੋਂ ਉੱਤੇ ਸਬਸਿਡੀ ਬਿਜਲੀ ਦੀ ਕਿਸਾਨ ਵੀਰਾਂ ਨੂੰ ਔਰ ਆਮ ਲੋਕਾਂ ਨੂੰ ਦਿੰਦਾ ਹੋਵੇ, ਚਾਹੇ ਉਹ ਬੈਕਵਰਡ ਕਲਾਸ ਹੈ, ਚਾਹੇ ਉਹ BPL ਹੈ, ਚਾਹੇ ਉਹ ਫਰੀडम ਫਾਈਟਰਸ ਨੇ। 200 ਯੂਨਿਟ ਬਿਜਲੀ ਦੇ ਉਹਨਾਂ ਨੂੰ ਫ੍ਰੀ ਦਿੱਤੇ ਜਾਂਦੇ ਆ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਹੈ। ਅਗਰ ਤੁਸੀਂ ਦਿੱਲੀ ਦਾ ਮਾਡਲ ਦੇਖੋ ਤੇ ਦਿੱਲੀ ਦੇ ਵਿੱਚ ਇਸ 10,000 ਕਰੋੜ ਤੋਂ ਦੀ ਸਬਸਿਡੀ ਦੀ ਤੁਲਨਾ ਦੇ ਅਨੁਸਾਰ 1700 ਕਰੋੜ ਦੀ ਸਬਸਿਡੀ ਦਿੱਤੀ ਜਾਂਦੀ ਹੈ। ਨੰਬਰ 2, ਜਿਹੜੀ ਇੰਡਸਟਰੀਅਲ ਔਰ ਕਮਰਸ਼ੀਅਲ ਯੂਸੇਜ ਦੀ ਬਿਜਲੀ ਦਿੱਤੀ ਜਾਂਦੀ ਹੈ ਉਹ ਵੀ ਦਿੱਲੀ ਨਾਲੋਂ ਕਿਤੇ ਸਸਤੀ ਹੈ ਪੰਜਾਬ ਦੇ ਵਿੱਚ। ਨੰਬਰ 3, ਪੰਜਾਬ ਸਰਕਾਰ ਦੇ ਜਿਹੜੇ ਅਦਾਰੇ ਨੇ PSPCL, 30% ਬਿਜਲੀ ਦੀ ਉਪਜ ਕਰਦੀ ਹੈ ਔਰ 18 ਪੈਸੇ ਸਸਤੀ ਬਿਜਲੀ ਦਿੰਦੀ ਹੈ। ਵੈਲਫੇਅਰ ਸਟੇਟ ਹੋਣ ਦੇ ਨਾਤੇ ਆਪਣਾ ਦਾਇਤਵ ਨਿਭਾਉਂਦੇ ਹੋਏ 18 ਪੈਸੇ ਖਰੀਦ ਤੋਂ ਸਸਤੀ ਬਿਜਲੀ ਦਿੰਦੀ ਹੈ, ਨੁਕਸਾਨ ਝੇਲ ਕੇ, ਲੇਕਿਨ ਲੋਕਾਂ ਪ੍ਰਤੀ ਆਪਣੇ ਹੱਕ ਅਦਾ ਕਰਦੀ ਹੈ। ਦਿੱਲੀ ਦੇ ਵਿੱਚ ਨਾ ਤੇ ਉਹਨਾਂ ਦੀ ਕੋਈ ਉਤਪਾਦਨ ਹੈ ਤੇ ਇਹ ਜਿਹੜਾ ਦਾਇਤਵ ਹਜ਼ਾਰਾਂ ਨੂੰ ਇੰਪਲੋਏ ਕਰਕੇ PSPCL ਤੇ ਔਰ ਪੰਜਾਬ ਦੇ ਸਰਕਾਰੀ ਅਦਾਰੇ, ਬਿਜਲੀ ਵਾਲੇ ਅਦਾਰੇ ਕਰਦੇ ਨੇ, ਉੱਥੇ ਟਾਟਾ ਤੇ ਰਿਲਾਇੰਸ ਕਰਦਾ ਦਿੱਲੀ 'ਚ ਔਰ ਕੋਈ ਬਿਜਲੀ ਦਾ ਉਤਪਾਦਨ ਨਹੀਂ ਹੁੰਦਾ। ਉਧਰ ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਟਿੱਪਣੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਤੋਂ ਜਲਦ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਚਾਹੀਦਾ ਹੈ, ਜਿਸ ਸੈਸ਼ਨ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਮੁੱਢੋਂ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਤੇ ਮੈਂ ਅੱਜ ਵੀ ਕਹਿ ਰਿਹਾ ਕਿ ਕਾਂਗਰਸ ਹਾਈ ਕਮਾਂਡ ਦੇ ਨਿਰਦੇਸ਼ ਅਨੁਸਾਰ ਜਿਹੜਾ 18 ਨਿਕਾਤੀ ਪ੍ਰੋਗਰਾਮ ਦਿੱਤਾ ਗਿਆ ਹੈ ਉਹ ਲਾਗੂ ਹੋ ਕੇ ਹੀ ਰਹੇਗਾ, ਉਹ ਲਾਗੂ ਕਰਨਾ ਪਏਗਾ। ਔਰ ਕੁਝ ਅਰਸਾ ਪਹਿਲਾਂ ਮੈਂ CM ਪੰਜਾਬ ਦੇ ਕੋਲ ਕੁਝ ਪ੍ਰਾਇੋਰਿਟੀ ਜਿਨ੍ਹਾਂ ਨੂੰ ਪਹਿਲ ਦੀ ਤਰਜੀਹ ਦੇਣੀ ਚਾਹੀਦੀ ਹੈ, ਕੁਝ ਪ੍ਰਾਇੋਰਿਟੀ ਏਰੀਆਜ਼ ਲੈ ਕੇ ਗਿਆ ਸੀ। ਲੋਕ ਪੱਖੀ ਜਿਹੜੀਆਂ ਮੰਗਾਂ ਨੇ, ਲੋਕਾਂ ਦੀ ਆਵਾਜ਼ ਜਿਹੜੀ ਧਰਤੀ ਫਾੜ ਕੇ ਆਉਂਦੀ ਹੈ, ਸਭ ਤੋਂ ਪਹਿਲਾਂ ਜਿਹੜੇ 3 ਕਾਲੇ ਕਾਨੂੰਨ ਨੇ ਇਹ ਗੈਰ ਕਾਨੂੰਨੀ ਨੇ, ਸੰਵਿਧਾਨ ਦੇ ਖਿਲਾਫ ਨੇ, ਇਲੀਗਲ ਨੇ, ਅਨਕਨਸਟੀਟਿਊਸ਼ਨਲ ਨੇ, ਫੈਡਰਲ ਸਟਰਕਚਰ ਦੇ ਉੱਤੇ, ਸਟੇਟਾਂ ਦੇ ਅਧਿਕਾਰਾਂ ਦੇ ਉੱਤੇ ਇੱਕ ਡਾਕਾ ਨੇ। ਇਸ ਕਰਕੇ ਸਿਰੇ ਤੋਂ ਪੰਜਾਬ ਜਿਹਨੇ ਮੁੱਢ ਬੰਨਿਆ, ਸਰਕਾਰ ਨੂੰ ਟਾਰਚ ਬੀਅਰਰ ਬਣ ਕੇ, ਜਿਸ ਤਰ੍ਹਾਂ SYL ਵੇਲੇ ਸਟੈਂਡ ਲਿੱਤਾ ਗਿਆ ਸੀ, ਉਸੇ ਤਰ੍ਹਾਂ ਕੱਲੀਆਂ ਅਮੈਂਡਮੈਂਟਾਂ ਨਾਲ ਨਹੀਂ, ਇਹਨਾਂ ਨੂੰ ਸਿਰੇ ਤੋਂ ਨਕਾਰ ਕੇ ਇਹ ਕਹਿਣਾ ਬਣਦਾ ਹੈ ਕਿ
ਅਸੀਂ ਗੈਰਤਮੰਦ ਪੰਜਾਬੀ ਇਹਨਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਔਰ ਸਿਰੇ ਤੋਂ ਨਕਾਰਦੇ ਹਾਂ। ਟ੍ਰੇਡ ਐਂਡ ਕਾਮਰਸ ਦੀ ਆੜ ਦੇ ਵਿੱਚ, ਫੂਡ ਆਈਟਮਸ ਦੀ ਆੜ ਦੇ ਵਿੱਚ ਇਹ ਸਟੇਟ ਪੰਜਾਬ ਦੇ ਕਾਨੂੰਨ ਬਣਾਉਣ ਦੇ ਔਰ ਹੋਰ ਸਟੇਟਾਂ ਦੇ ਕਾਨੂੰਨ ਬਣਾਉਣ ਦੇ ਅਧਿਕਾਰ ਦੇ ਉੱਤੇ ਡਾਕਾ ਹੈ। ਉਧਰ ਇਸ ਮਸਲੇ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੀ ਪ੍ਰਤੀਕਰਮ ਹੈ। ਰਵਨੀਤ ਬਿੱਟੂ ਨੇ ਸਿੱਧੇ ਤੌਰ ਦੇ ਉੱਤੇ ਸੱਦਾ ਆਪਣੇ ਵਿਰੋਧੀ ਧਿਰਾਂ ਨੂੰ ਮਾਰਿਆ। ਰਵਨੀਤ ਬਿੱਟੂ ਨੇ ਸੁਖਬੀਰ ਸਿੰਘ ਬਾਦਲ ਦਾ ਨਾਮ ਲੈਂਦਿਆਂ ਇਹ ਗੱਲ ਆਖੀ ਹੈ ਕਿ ਲੋਕ ਸਭਾ ਦੇ ਵਿੱਚ ਸਾਡੇ ਪੰਜਾਬ ਦੇ ਸਿਰਫ 13 ਮੈਂਬਰ ਪਾਰਲੀਮੈਂਟ ਨੇ, ਜਿਨ੍ਹਾਂ ਦੇ ਵਿੱਚੋਂ 2 ਭਾਜਪਾ ਦੀ ਝੋਲੀ ਦੇ ਵਿੱਚ ਨੇ ਤੇ 11 ਅਸੀਂ ਇਕੱਠੇ ਹੋ ਕੇ ਪੰਜਾਬ ਦੀ ਏਕਤਾ ਦਾ ਸਬੂਤ ਦੇ ਸਕਦੇ ਹਾਂ ਤੇ ਆਓ ਸਾਡੇ ਨਾਲ ਰਲ ਮਿਲ ਕੇ ਪਾਰਲੀਮੈਂਟ ਦੇ ਵਿੱਚ ਪ੍ਰਦਰਸ਼ਨ ਕਰੀਏ ਤੇ ਇਸ ਸਾਰੇ ਕਿਸਾਨਾਂ ਦੇ ਅੰਦੋਲਨ ਨੂੰ ਅਸੀਂ ਵੀ ਅੱਗੇ ਵਧਾਈਏ। ਹਜੇ ਮਾੜੀ ਮੋਟੀ ਗੱਲ ਮੈਂ ਸਮਝਦਾ, ਇਹ ਅਸੀਂ ਅੱਗੇ ਸਮਝਦੇ ਨਹੀਂ ਸੀ, ਪਰ ਮੈਂ ਸਮਝਦਾ ਸੁਖਬੀਰ ਇਹਨਾਂ ਨਾਲੋਂ ਸਿਆਣਾ ਉਹ ਗੱਲ ਸਮਝ ਜਾਂਦਾ ਬਈ ਇੱਥੇ ਅਸੀਂ ਇੱਕ ਦੂਜੇ ਦੇ ਉਲਟ ਬੋਲ ਕੇ ਪੰਜਾਬ ਦੇ ਐਮਪੀ ਤਾਂ ਪਹਿਲਾਂ ਹੀ ਆਪਾਂ 13 ਹੈ, ਆਪਾਂ ਇੱਥੇ ਤਾਂ ਇਕੱਠੇ ਹੋ ਕੇ ਯੂਨਿਟੀ ਦਿਖਾ ਕੇ ਕਿਸਾਨਾਂ ਦੇ ਮੁੱਦਿਆਂ ਲਈ ਠੀਕ ਆ। ਅਸੀਂ ਉਹ ਵੀ ਭੁੱਲ ਜਾਂਦੇ ਕਈ ਵਾਰ ਵੀ ਤੁਸੀਂ ਬਿੱਲ ਤਾਂ ਵਿੱਚ ਕੈਬਨਿਟ ਦੇ ਬੈਠੇ ਸੀ। ਹਰਸਿਮਰਤ ਜੀ ਆਪ ਤੁਹਾਡੇ ਕੱਲ ਕਹਿ ਰਹੇ ਸੀ, ਮੇਰੇ ਸਤਿਕਾਰਯੋਗ ਇਹ ਕਹਿ ਰਹੇ ਸੀ ਵੀ ਹਾਂ ਅਸੀਂ ਟਰਾਈ ਕੀਤਾ 2 ਮਹੀਨੇ, ਮੰਨੇ ਵੀ ਜਦੋਂ ਇਹ ਬਿੱਲ ਆਏ ਅਸੀਂ ਮੰਤਰੀ ਸੀਗੇ, ਅਸੀਂ ਸਹਿਯੋਗੀ ਸੀ, ਅਸੀਂ ਟਰਾਈ ਕੀਤਾ ਲੋਕਾਂ ਨੂੰ ਮਨਾਉਣ ਲਈ। ਫਿਰ ਆ ਕੇ ਜਿੱਦਣ ਬਿੱਲ ਪਾਸ ਹੋ ਗਿਆ, ਜਾਂ ਇੱਕ ਵੀ ਗੱਲ ਝੂਠ ਆ, ਸਦਨ 'ਚ ਕਿਉਂ ਅਸਤੀਫਾ ਨਹੀਂ ਦਿੱਤਾ ਜਦੋਂ ਪ੍ਰਧਾਨ ਮੰਤਰੀ ਬਿੱਲ ਪਾਸ ਕਰ ਰਿਹਾ ਸੀ? ਦੋਨੋਂ ਘਰ ਵਾਲੇ ਨੇ ਜਾ ਕੇ ਅਸਤੀਫਾ ਜਿਹੜਾ ਰਾਤ ਨੂੰ ਲੁਕ ਕੇ ਕੋਠੀ 'ਚ ਅਸਤੀਫਾ ਦਿੱਤਾ ਜਾ ਕੇ। ਅਬ ਮਾਰਦੇ ਪਾਰਲੀਮੈਂਟ ਅਸਤੀਫਾ ਚੱਕ ਕੇ ਜਦੋਂ ਬਿੱਲ ਪਾਸ ਹੋ ਰਿਹਾ ਸੀ, ਕਿਉਂ ਨਾ ਦਿੱਤਾ? ਤੇ ਦੂਜੀ ਗੱਲ ਬੀਬਾ ਜੀ ਮੇਰੀ ਤਾਂ ਇੱਕੋ ਹੀ ਬੇਨਤੀ, ਮੈਂ ਬੀਬਾ ਜੀ ਨੂੰ ਤਾਂ ਕਹਿ ਨਹੀਂ ਸਕਦਾ, ਪਰ ਮੈਂ ਕਹਿਣਾ ਜੇ ਇਹ ਰਾਤ ਤੁਸੀਂ ਸੁਖਬੀਰ ਬਾਦਲ ਜੀ ਨੂੰ ਵੀ ਕਹੋ ਤੇ ਤੁਸੀਂ ਵੀ ਆਜੋ, ਆਪਾਂ ਇਕੱਠੇ ਰਾਤ ਨੂੰ ਡਰਾਮਾ ਕਾਹਨੂੰ ਕਰਨੇ ਆ? ਆਪਾਂ ਸਾਰੇ ਰਾਤ ਇਕੱਠੇ ਪਾਰਲੀਮੈਂਟ ਦੇ ਵਿੱਚ ਕੱਟਦੇ ਆ। ਕਰੋ ਹਿੰਮਤ, ਕਰੋ ਪਹਿਲ। ਕਿਸੇ ਨੂੰ ਕਹਿਣਾ ਬੜਾ ਸੌਖਾ ਹੈ, ਕਿਸੇ ਨੂੰ ਕਦੇ ਮੀਡੀਆ ਕਿਸੇ ਨੂੰ ਛੱਡਦਾ ਨਹੀਂ, ਸੱਚਾਈ ਮੂਹਰੇ ਲਿਆਉਂਦਾ। ਅਸੀਂ ਤਾਂ ਬੀਬਾ ਜੀ 8 ਮਹੀਨੇ ਦੇ ਸੜਕਾਂ ਤੇ ਪਏ, ਤਾਂ ਪਾਰਲੀਮੈਂਟ ਆ ਜਿੱਥੇ ਅੰਦਰ AC ਵੀ ਚੱਲਦਾ, ਪੱਖੇ ਵੀ ਚੱਲਦੇ ਆ, ਇੱਥੇ ਤਾਂ ਕਾਰਪੈਟ ਗਲੀਚੇ ਵਿਛੇ ਹੋਏ ਆ ਥੱਲੇ, ਇੱਥੇ ਪੈਣਾ ਕੀ ਔਖਾ ਹੈ? ਅਸੀਂ ਤਾਂ ਉਹ ਜੰਤਰ ਮੰਤਰ ਆ ਜਿਹੜਾ ਉਹਦੇ ਲਗਾਤਾਰ 4 ਮਹੀਨੇ, ਉਦੋਂ ਬਾਅਦ ਕਰੋਨਾ ਹੋਇਆ ਜਦੋਂ ਗੈਪ ਪਿਆ, ਨਹੀਂ 4 ਮਹੀਨੇ ਉਸ ਸੜਕ ਤੇ ਪਏ ਆ, ਉਹ ਫੁੱਟਪਾਥ ਤੇ ਪਏ ਆ ਕਿਸਾਨਾਂ ਲਈ। ਉਧਰ ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਵੀ ਲਗਾਤਾਰ ਬਿਆਨਾਂ ਦੀ ਝੜੀ ਲਾਈ ਹੋਈ ਹੈ। ਹਰਸਿਮਰਤ ਕੌਰ ਬਾਦਲ ਵੀ ਲਗਾਤਾਰ ਡਟੇ ਹੋਏ ਨੇ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਹਰ ਰੋਜ਼ ਤਖਤੀ ਲੈ ਕੇ ਪਾਰਲੀਮੈਂਟ ਦੇ ਗੇਟ ਦੇ ਉੱਤੇ ਖੜੇ ਨਜ਼ਰ ਆਉਂਦੇ ਨੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ। ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਕਿ ਆਓ ਰਲ ਮਿਲ ਕੇ ਰਾਸ਼ਟਰਪਤੀ ਦੇ ਕੋਲ ਚੱਲੀਏ ਅਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਿੱਚ ਰਾਸ਼ਟਰਪਤੀ ਤੋਂ ਮਦਦ ਮੰਗੀਏ। ਅਸੀਂ ਲਗਾਤਾਰ ਜਦੋਂ ਤੋਂ ਪਾਰਲੀਮੈਂਟ ਸ਼ੁਰੂ ਹੋਇਆ ਹੈਗਾ ਜਾਂ ਜਦੋਂ ਤੋਂ ਇਹ ਕਿਸਾਨੀ ਬਿੱਲ ਆਏ ਨੇ, ਅਸੀਂ ਲਗਾਤਾਰ ਕਿਸਾਨ ਦੇ ਪੱਖ ਦੀ ਗੱਲ ਹਰ ਪਲੇਟਫਾਰਮ 'ਤੇ ਰੱਖੀ ਜਾ ਰਹੇ ਹਾਂ। ਇਸ ਸੈਸ਼ਨ ਵਿੱਚ ਵੀ ਪੂਰਾ ਜ਼ੋਰ ਹਰ ਰੋਜ਼ ਅਡਜਰਨਮੈਂਟ ਮੋਸ਼ਨ ਪਾਸ ਕਰਕੇ ਕਿ ਸਾਡੇ ਕਿਸਾਨਾਂ ਦੀ ਚਰਚਾ, ਜਿਹੜੇ ਕਾਨੂੰਨ ਰੱਦ ਕਰ ਰਹੇ ਇਹਦੀ ਚਰਚਾ ਕੀਤੀ ਜਾਏ, ਤਾਂ ਕਿ 500 ਕਿਸਾਨ ਜਿਨ੍ਹਾਂ ਨੇ ਆਪਣੀ ਜਾਨਾਂ ਗਵਾ ਦਿੱਤੀਆਂ ਨੇ ਇਹ ਰੁਕੇ ਤੇ ਕਿਸਾਨ ਖੁਸ਼ੀ ਆਪਣੇ ਘਰੇ ਜਾਣ। ਲੇਕਿਨ ਅਫਸੋਸ ਦੀ ਗੱਲ ਕਿ ਸਰਕਾਰ ਪੂਰਾ ਹਫਤਾ ਕੱਢਦਾ, ਜਦ ਦੇਖਿਆ ਕਿ ਇਹਨਾਂ ਸੁਣਨ ਦਾ ਕੋਈ ਇਰਾਦਾ ਨਹੀਂ ਹੈਗਾ, ਫਿਰ ਮੈਂ ਦੂਜੀ ਪਾਰਟੀਆਂ ਨੂੰ ਮੈਂ ਅਪੀਲ ਕੀਤਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਰਾਸ਼ਟਰਪਤੀ ਦੇ ਕੋਲ ਜਾਈਏ। ਜੇ 5 ਮਹੀਨੇ 6-8 ਮਹੀਨੇ ਤੋਂ ਕਿਸਾਨ ਬੈਠੇ ਨੇ, ਉਹਨਾਂ ਦੀ ਨਹੀਂ ਸੁਣ ਰਹੇ ਹੈਗੇ। ਇੱਥੇ ਕਿਸਾਨ ਹੁਣ ਦਿੱਲੀ ਪਹੁੰਚ ਗਏ ਨੇ, ਇੱਥੇ ਸੰਸਦ ਲਗਾ ਕੇ ਇੱਥੇ ਆਪਣੀ ਆਵਾਜ਼ ਸੁਣਾਉਣਾ ਜਾ, ਉਹਨਾਂ ਦੀ ਨਹੀਂ ਪੁੱਛ ਰਹੇ। ਹਾਊਸ ਦੇ ਅੰਦਰ ਸਾਨੂੰ ਨਹੀਂ ਗੱਲ ਚੱਕਣ ਦੇ ਰਹੇ, ਤਾਂ ਆਪਾਂ ਫਿਰ ਚਲੀਏ ਰਾਸ਼ਟਰਪਤੀ ਜੀ ਦੇ ਕੋਲ, ਜਿਹੜੇ ਸਾਡੇ ਦੇਸ਼ ਦੀ ਜਨਤਾ ਦੇ ਕਸਟੋਡੀਅਨ ਹੈਗੇ, ਇਸ ਦੇਸ਼ ਦੇ ਹੈਡ ਹੈਗੇ, ਤੇ ਉਹਨਾਂ ਨੂੰ ਦੱਸੀਏ ਕਿ ਇਹ ਸੰਵਿਧਾਨ ਦਾ ਕਿਵੇਂ ਉਲੰਘਣ ਪਾਰਲੀਮੈਂਟ ਦੇ ਵਿੱਚ ਕੀਤਾ ਜਾ ਰਿਹਾ। ਤੇ ਮੈਨੂੰ ਖੁਸ਼ੀ ਹੈ ਦੱਸਦੇ ਹੋਏ ਕਿ ਸਾਨੂੰ 8 ਪਾਰਟੀਆਂ ਨੂੰ ਉਹਨਾਂ ਨੇ ਸ਼ਨੀਵਾਰ ਵਾਸਤੇ ਸਮਾਂ ਦਿੱਤਾ ਹੈ। ਅੱਜ ਮੈਂ ਪਾਰਲੀਮੈਂਟ 'ਚ ਜਾ ਕੇ ਦੂਜੀ ਸਾਰੀ ਵੱਡੀ ਪਾਰਟੀਆਂ ਨੂੰ, TMC ਨੂੰ, DMK ਤੋਂ ਇੱਥੇ ਤਾਈਂ ਕਾਂਗਰਸ ਤਾਈਂ ਨੂੰ ਵੀ ਮੈਂ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਮੁੱਦੇ 'ਚ ਆਪਾਂ ਕਿਸੇ ਦੇ ਮਗਰ ਲੱਗਣ ਨੂੰ ਤਿਆਰ ਹਾਂ, ਲੇਕਿਨ ਇਹ ਮੁੱਦਾ ਇਹ ਹੱਲ ਹੋਏ। ਜੇ ਰਾਸ਼ਟਰਪਤੀ ਜੀ ਨੇ ਸਾਨੂੰ ਸਮਾਂ ਦਿੱਤਾ ਹੈ, ਤੁਸੀਂ ਸਾਡੇ ਨਾਲ ਚਲੋ, ਅਸੀਂ ਤੁਹਾਡੇ ਮਗਰ ਚਲਾਂਗੇ, ਤੁਸੀਂ ਨਾਲ ਚਲੋ। ਜੇ ਪੂਰਾ ਵਿਪਕਸ਼ ਇਕੱਠਾ ਹੋ ਕੇ ਰਾਸ਼ਟਰਪਤੀ ਜੀ ਕੋਲ ਜਾਂਦਾ ਹੈ ਤੇ ਉੱਥੇ ਰੱਖਦਾ ਇਸ ਕਿਸਾਨਾਂ ਦੀ ਗੱਲ ਨੂੰ ਰੱਖਦਾ ਕਿ ਇੱਥੇ ਕਿਸਾਨਾਂ ਦੇ ਕਾਨੂੰਨ ਰੱਦ ਕਰਨ ਦੀ ਗੱਲ ਕਰਨ ਵਾਸਤੇ ਉਹ ਦਬਾਅ ਪਾਉਣ,
ਤੇ ਹੁਣ ਇਹ ਵਿਪਕਸ਼ ਦੇ ਹੱਥ ਵਿੱਚ ਜੇ ਸਾਡੇ ਨਾਲ ਆਊਗਾ ਤੇ ਹੋਰ ਕਿਸਾਨਾਂ ਦੀ ਸ਼ਾਨ ਵੱਧਦੀ ਹੈ। ਜੇ ਉਹਨਾਂ ਨੇ ਆਪਣੀ ਸਿਆਸਤ ਖੇਡਣੀ ਫਿਰ ਸਾਨੂੰ ਤਾਂ ਸਮਾਂ ਮਿਲਿਆ, ਅਸੀਂ ਤਾਂ ਜਾ ਕੇ ਆਪਣੀ ਕਿਸਾਨਾਂ ਦੀ ਗੱਲ ਕਰਾਂਗੇ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੀਤੇ ਦਿਨੀ ਇਸ ਗੱਲ ਦੇ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਪੰਜਾਬ ਦੇ ਵਿੱਚ ਚੱਲ ਰਹੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਉੱਤੇ ਜੇਕਰ ਇੱਕ ਤਰਫਾ ਸਮਝੌਤੇ ਨੇ ਉਹਨਾਂ ਤੇ ਨਿਰੀਖਣ ਕੀਤਾ ਜਾਵੇ ਤਾਂ ਇਹਨਾਂ ਸਮਝੌਤਿਆਂ ਨੂੰ ਰੱਦ ਕਰਨ ਦੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ। ਇਹਨਾਂ ਸਮਝੌਤਿਆਂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੈ। ਪਹਿਲਾਂ ਇਹਨਾਂ ਨੂੰ ਰੱਦ ਕਰਨ ਦੀਆਂ ਚਰਚਾਵਾਂ ਦੇ ਵਿਚਕਾਰ ਸਿਆਸਤ ਸੀ, ਜਦੋਂ ਹੁਣ ਹੁਕਮ ਆਏ ਨੇ ਤਾਂ ਇਸ ਦੇ ਵਿਚਕਾਰ ਵੀ ਸਿਆਸਤ ਹੈ। ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਦੇ ਉੱਤੇ ਲਿਆ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਮਝੌਤੇ ਰੱਦ ਕਰ ਦੋਗੇ ਤਾਂ ਪੰਜਾਬ ਦੇ ਵਿੱਚ ਬਿਜਲੀ ਕਿੱਦਾਂ ਸਰਪਲਸ ਕਰੋਗੇ। ਜੇ ਇਹਨੂੰ ਰੱਦ ਕਰਨੇ ਆ ਕਰ ਲਓ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਬਿਜਲੀ ਦਾ ਇੰਤਜ਼ਾਮ ਕਰੋ। ਰੱਦ ਕਰਨੇ ਬੜੇ ਸੌਖੇ ਹੈ, ਬਿਜਲੀ ਪੈਦਾ ਕਰਨੇ ਕਿਵੇਂ ਲਿਆਉਂਗੇ? ਬਿਜਲੀ ਕਿੱਥੋਂ ਲਿਆਉਂਗੇ? ਕਿਸ ਰੇਟ ਤੇ ਲਿਆਉਂਗੇ? ਹੁਣੀ ਬਿਜਲੀ ਮਹਿਕਮੇ ਨੇ ਇਸ ਸਾਲ 13 ਰੁਪਏ 14 ਰੁਪਏ ਯੂਨਿਟ ਬਿਜਲੀ ਖਰੀਦੀ ਹੈ। ਕੀ ਤੁਸੀਂ 14 ਰੁਪਏ ਖਰੀਦ ਕੇ ਤੁਸੀਂ ਲੋਕਾਂ ਨੂੰ 20 ਰੁਪਏ ਦੋਗੇ? सर मुड़ तो कांग्रेस वर्सेस कांग्रेस आ रहे हैं। सुनील जाखड़ ने राणा गुरमीत सोढी के खिलाफ शराब फैक्ट्री लैके कार्रवाई की मांग की है। कांग्रेस का प्रधान वो है, मुख्यमंत्री उन्होंने दा है, फैसला तो उन्होंने करना है। ਉਧਰ ਬਿਜਲੀ ਸਮਝੌਤਿਆਂ ਦੇ ਰੱਦ ਹੋਣ ਦੀਆਂ ਚਰਚਾਵਾਂ ਦੇ ਵਿਚਕਾਰ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਆ। ਉਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਤੇ ਉਹਨਾਂ ਨੇ ਕਿਹਾ ਕਿ ਚਿੱਠੀ ਨਾ ਖੇਡੋ। ਇਸ ਦੌਰ ਦੇ ਵਿੱਚ ਚਿੱਠੀਆਂ ਦਾ ਕੋਈ ਮੁੱਲ ਨਹੀਂ, ਬਲਕਿ ਚਿੱਠੀ ਇੱਕ ਸਿਰਫ ਸਿਆਸੀ ਡਰਾਮਾ ਹੈ। ਜੇਕਰ ਇਹਨਾਂ ਸਮਝੌਤਿਆਂ ਨੂੰ ਰੱਦ ਕਰਨਾ ਤਾਂ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਣਾ ਚਾਹੀਦਾ ਹੈ। ਕੈਪਟਨ ਸਾਹਿਬ ਨੇ ਕੱਲ ਚਿੱਠੀ ਲਿਖੀ ਆ, ਇਹ ਚਿੱਠੀ ਦੇ ਕੀ ਮਾਅਨੇ ਨੇਗੇ? ਇਹ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਭੰਬਲ ਭੂਸੇ 'ਚ ਪਾਉਣ ਵਾਲੀ ਗੱਲ ਆ ਕਿ ਜਿਹੜੀ ਕੈਬਨਿਟ ਦੇ ਵਿੱਚ ਜਿਹੜੀ ਪੁਰਾਣੀ ਕੈਬਨਿਟ ਨੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗਵਰਨਮੈਂਟ ਨੇ ਐਗਰੀਮੈਂਟ ਕੀਤੇ ਸੀਗੇ, ਕੈਪਟਨ ਸਾਹਿਬ ਨੇ ਉਸ ਤਰ੍ਹਾਂ ਦੀ ਕੈਬਨਿਟ ਦੀ ਮੀਟਿੰਗ ਕਿਉਂ ਨਹੀਂ ਬੁਲਾਈ? ਕੈਪਟਨ ਸਾਹਿਬ ਨੇ ਕੈਬਨਿਟ ਦੀ ਮੀਟਿੰਗ ਕਿਉਂ ਨਹੀਂ ਬੁਲਾਈ ਹੈਗੀ? ਕੈਪਟਨ ਸਾਹਿਬ ਨੇ ਕੈਬਨਿਟ ਦੀ ਮੀਟਿੰਗ 'ਚ ਬੁਲਾ ਕੇ ਉਹ ਜਿਹੜੇ ਐਗਰੀਮੈਂਟ ਦੇ ਰੱਦ ਕਿਉਂ ਨਹੀਂ ਕੀਤੇ? ਕੈਪਟਨ ਸਾਹਿਬ ਨੇ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਕਿਉਂ ਨਹੀਂ ਬੁਲਾਇਆ? ਉਹ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਕਿਉਂ ਨਹੀਂ ਐਗਰੀਮੈਂਟ ਰੱਦ ਕੀਤੇ? ਕੈਪਟਨ ਸਾਹਿਬ ਨੇ ਪਿਛਲੇ 1.5 ਸਾਲ ਪਹਿਲਾਂ ਤੁਸੀਂ ਸਾਰਿਆਂ ਨੇ ਕਵਰ ਕੀਤਾ ਸੀਗਾ, ਜਦੋਂ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸੀਗਾ, ਉਹ ਸੈਸ਼ਨ ਦੇ ਦੌਰਾਨ ਇੱਕ ਕਿਤਾਬ ਲਹਿਰਾ ਕੇ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਵਾਈਟ ਪੇਪਰ ਬੜੀ ਜਲਦੀ ਜਾਰੀ ਕਰੂੰਗਾ। ਇਸ ਵਾਈਟ ਪੇਪਰ ਦੇ ਵਿੱਚ ਅਕਾਲੀਆਂ ਦੇ ਬੀਜੇਪੀ ਵਾਲੇ ਦੇ ਕਾਲੇ ਚਿੱਠੇ ਨੇਗੇ। ਇਸ ਵਾਈਟ ਪੇਪਰ ਦੇ ਵਿੱਚ ਜਿਹੜਾ ਕਮਿਸ਼ਨ ਅਕਾਲੀ ਦਲ ਨੂੰ ਜਾਂਦਾ ਸੀ, ਬੀਜੇਪੀ ਨੂੰ ਜਾਂਦਾ ਸੀ, ਉਹਦੇ ਬਾਰੇ ਮੈਂ ਜਿਹੜਾ ਹੈਗਾ ਦੱਸੂਗਾ ਔਰ ਸਾਰੇ ਐਗਰੀਮੈਂਟ ਰੱਦ ਕਰੂੰਗਾ, ਰਿਵਿਊ ਕਰੂੰਗਾ। 1.5 ਸਾਲ ਹੋ ਗਿਆ, ਲਗਭਗ 1.5 ਸਾਲ ਹੋ ਗਿਆ, ਨਾ ਉਹ ਸਮਝੌਤੇ ਰੱਦ ਕੀਤੇ, ਨਾ ਉਹ ਵਾਈਟ ਪੇਪਰ ਜਾਰੀ ਕੀਤਾ, ਨਾ ਕੱਚਾ ਚਿੱਠਾ ਖੋਲਿਆ। ਇੱਥੋਂ ਪਤਾ ਲੱਗਦਾਗਾ ਕਿ ਕੈਪਟਨ ਸਾਹਿਬ ਵੀ ਉਸੇ ਤਰ੍ਹਾਂ ਦਲਾਲੀ ਖਾ ਰਹੇ ਨੇਗੇ, ਕਾਂਗਰਸ ਪਾਰਟੀ ਵੀ ਉਸੇ ਤਰ੍ਹਾਂ ਦਲਾਲੀ ਖਾ ਰਹੀ ਆ ਜਿਵੇਂ ਪਹਿਲਾਂ ਅਕਾਲੀ ਦਲ ਬੀਜੇਪੀ ਵਾਲੇ ਖਾਂਦੇ ਹੁੰਦੇ ਸੀਗੇ। ਉਧਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉੱਤੇ ਵਿਕਰਮ ਮਜੀਠੀਆ ਵੀ ਵਰੇ ਨੇ। ਵਿਕਰਮ ਮਜੀਠੀਆ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਸੂਬੇ ਦੀ ਇਹ ਸਰਕਾਰ ਸਿਰੇ ਤੋਂ ਹੀ ਫੇਲ ਹੋ ਚੁੱਕੀ ਹੈ ਤੇ ਕਿਸੇ ਵੀ ਕੰਮਕਾਰ ਦੇ ਵਿੱਚ ਆਪਣੀ ਕੋਈ ਵੀ ਪ੍ਰਾਪਤੀ ਨਹੀਂ ਗਣਾ ਸਕਦੇ। ਵਿਕਰਮ ਮਜੀਠੀਆ ਨੇ ਇਹਨਾਂ ਸਾਰੇ ਬਿਜਲੀ ਸਮਝੌਤਿਆਂ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ। ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਲੜਾਈ ਸਿਰਫ ਕੁਰਸੀ ਦੀ ਸੀ, ਮੁੱਦਿਆਂ ਦੀ ਨਹੀਂ ਸੀ, ਕਿਉਂਕਿ ਉਹ ਲੋਕ ਜਿਹੜੇ ਜਿਹਨੂੰ ਕਹਿੰਦੇ ਚੋਰਾਂ ਦੀ ਬਰਾਤ, ਉਹ ਤਾਂ ਸਾਰੀ ਹੁਣ ਇੱਧਰ ਮਗਰ ਖਲੋਤੀ ਹੈ। ਹੁਣ ਇਹ ਠੀਕ ਹੋ ਗਏ ਸਾਰੇ ਜਿਹੜੇ ਭੱਜ ਗੱਡੀਆਂ ਚਲਾ ਰਹੇ ਆ, ਜਿਹੜੇ ਡਰਾਮਾ ਕਰ ਰਹੇ, ਕੰਮ ਤਾਂ ਸਾਰਾ 4.5 ਸਾਲ ਉਹਨਾਂ ਨੇ ਗਾਹ ਪਾ ਛੱਡਿਆ। ਦੇਖੋ ਤੁਸੀਂ ਅੱਜ ਮੁੱਖ ਮੰਤਰੀ ਤਾਂ ਜ਼ਿੰਮੇਵਾਰ ਹੈ ਹੀ, ਮਗਰ ਜਿਹੜੇ ਉਹਦੇ ਨਾਲ 18 ਕੈਬਨਿਟ ਦਾ ਵਜ਼ੀਰ ਸਨ ਜਾਂ ਜਿਹੜੇ 70 75 80 MLA ਸੀ, ਜਿਹੜੇ ਕੱਲ ਤੱਕ ਕਹਿੰਦੇ ਸੀ ਕਿ ਸਾਡਾ ਕੈਪਟਨ ਪੰਜਾਬ ਦਾ ਇੱਕੋ ਕੈਪਟਨ, ਅੱਜ ਜੇ ਉਹ ਇੱਧਰ ਆ ਗਏ ਤੇ ਕੀ ਉਹਨਾਂ ਦੇ ਕਾਰਨਾਮਿਆਂ ਤੇ ਪਰਦੇ ਪੈ ਜਾਣਗੇ? ਇਸ ਲਈ ਇਹ ਸਾਰੇ ਮੁੱਦੇ ਐਜ਼ ਇਟ ਇਜ਼ ਸਟੈਂਡ ਕਰ ਰਹੇ ਆ। ਔਰ ਸਿਰਫ ਇਹ ਫਰਕ ਪੈ ਗਿਆ ਕਿ ਹੁਣ ਸਰਪ੍ਰਸਤੀ ਇੱਕ ਜੋਕਿੰਗ ਪ੍ਰੈਜ਼ੀਡੈਂਟ ਤੇ 4 ਵਰਕਿੰਗ ਪ੍ਰੈਜ਼ੀਡੈਂਟ ਵੀ ਹੁਣ ਉਹਨਾਂ ਨੂੰ ਸਰਪ੍ਰਸਤੀ ਦੇਣਗੇ। ਦੇਖੋ ਮੈਨੂੰ ਪਹਿਲਾਂ ਤਾਂ ਇਸ ਮਸਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਮਾ ਸਮਾਂ ਲੜਾਈ ਲੜੀ ਸੀ ਔਰ ਸਾਰੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਚਾਹੀਦੀ। ਚਲੋ ਕੁਛ ਨੂੰ ਮਿਲੀ, ਇਹ ਮੈਂ ਸਮਝਦਾ ਕਿ ਸਾਡੇ ਵਰਕਰਾਂ ਦੀ ਜਿਹੜੇ ਉਸ ਹਲਕੇ 'ਚ ਜਿਨ੍ਹਾਂ ਨੇ ਪੈਰਵਾਈ ਕੀਤੀ ਆ, ਇਹ ਉਹਨਾਂ ਦੀ ਇੱਕ ਕਿਸਮ ਦੀ ਉਹਨਾਂ ਦੀ ਸੁਣਵਾਈ ਹੋਈ ਆ। ਮਗਰ ਅਫਸੋਸ ਇਸ ਗੱਲ ਦਾ, ਚਲੋ ਅੱਜ ਜੇ ਕੈਪਟਨ ਸਾਹਿਬ ਨੇ ਇਹਨਾਂ ਨੂੰ ਨੌਕਰੀ ਦੇਤੀ ਹੈ, ਮੈਂ ਕੈਪਟਨ ਸਾਹਿਬ ਨੂੰ ਅਪੀਲ ਕਰਦਾ ਕਿ ਨੌਕਰੀ ਨਾਲ ਇਕੱਲੇ ਨਾਲ ਮਸਲਾ ਹੱਲ ਨਹੀਂ ਹੋਣਾ, ਬਾਕੀਆਂ ਨੂੰ ਵੀ ਦਿਓ।
ਜੋ ਆਰਥਿਕ, ਜੋ ਉਹਨਾਂ ਦੀ ਟਰਾਮਾਟਾਈਜ਼ਡ ਹੋਇਆ, ਜੋ ਉਹਨਾਂ ਦੀ ਦਿਮਾਗੀ ਨੁਕਸਾਨ ਹੋਇਆ, ਆਰਥਿਕ ਨੁਕਸਾਨ ਹੋਇਆ, ਉਸ ਦੀ ਵੀ ਭਰਪਾਈ ਕਰੋ। ਔਰ ਜੋ ਗੱਲ ਕਹੀ ਗਈ ਸੀ ਕਿ ਮੈਂ ਐਜੂਕੇਸ਼ਨ ਦਾ ਖਰਚਾ, ਮੈਂ ਇਹਨਾਂ ਨੂੰ ਗੋਦ ਲਊਂਗਾ, ਮੈਂ, ਕਿਉਂਕਿ ਕਈ ਪਰਮਨੈਂਟਲੀ ਡਿਸੇਬਲ ਹੋ ਗਏ ਆ, ਕੁਝ ਕਰਨ ਜੋਗੇ ਨਹੀਂ, ਉਹਨਾਂ ਨੂੰ ਕੁਝ ਨਹੀਂ ਮਿਲਿਆ, ਉਹਨਾਂ ਦੇ ਵਾਸਤੇ ਕਿਵੇਂ ਸਰਕਾਰ ਬਾਂਹ ਫੜੂਗੀ? ਇੱਕ ਤਾਂ ਹੋਵੇ ਤੇ ਜਿਨ੍ਹਾਂ ਦੇ ਕਰਕੇ ਹਾਦਸਾ ਵਾਪਰਿਆ ਉਹ ਅੱਜ ਤੱਕ ਕ੍ਰਿਮੀਨਲ ਐਕਸ਼ਨ ਨੂੰ escape ਕਰ ਰਹੇ, ਉਹਨਾਂ ਦੀ ਅੱਜ ਵੀ ਮਦਦ ਕੀਤੀ ਜਾ ਰਹੀ। ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਹੋਵੇ ਕਿ ਗਾਂ ਕੋਈ ਇਹੋ ਜਿਹੀ ਗਲਤੀ ਨਾ ਕਰੇ ਕਿ ਕਿਵੇਂ ਬਗੈਰ ਪਰਮਿਸ਼ਨ ਤੋਂ ਰੇਲਵੇ ਫਾਟਕ ਦੇ ਨੇੜੇ ਦੁਸ਼ਹਿਰਾ ਮਨਾਉਣ ਦਿੱਤਾ ਗਿਆ, ਕਿਵੇਂ ਉੱਥੇ ਪੁਲਿਸ ਪਹੁੰਚ ਗਈ, ਕਿਵੇਂ ਉੱਥੇ ਫਾਇਰ ਬ੍ਰਿਗੇਡ ਪਹੁੰਚ ਗਏ। ਇਹ ਮਹਿਕਮੇ ਜਿਵੇਂ ਸਾਰੀ ਰਲੀ ਮਿਲੀ ਭੁੱਖ ਸੀ, ਉਹਦੇ ਤੇ ਕਾਰਵਾਈ ਜੇ ਹੋਊਗੀ ਤੇ ਗਾਂ ਕੋਈ ਇਹੋ ਜਿਹੀ ਗਲਤੀ ਨਹੀਂ ਕਰੂਗਾ, ਨਹੀਂ ਤਾਂ ਹਾਦਸਾ ਤਾਂ ਫੇਰ ਵਾਪਰ ਜੂ। ਉਧਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਲਗਾਤਾਰ ਆਪਣੀ ਸਿਆਸੀ ਧਿਰ ਖੜੀ ਕਰਨ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਨੇ। ਹਾਲਾਂਕਿ ਗੁਰਨਾਮ ਸਿੰਘ ਚੜੂਨੀ ਨੂੰ ਅਜਿਹੇ ਬਿਆਨ ਦੇਣ ਦੇ ਚਲਦਿਆਂ ਇੱਕ ਹਫ਼ਤੇ ਦਿੱਲੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਹਜੇ ਤੱਕ ਲਗਾਤਾਰ ਆਪਣੇ ਸਟੈਂਡ ਦੇ ਉੱਤੇ ਖੜੇ ਨਜ਼ਰ ਆ ਰਹੇ ਨੇ। ਗੁਰਨਾਮ ਸਿੰਘ ਚੜੂਨੀ ਇੱਕ ਵਾਰ ਫਿਰ ਤੋਂ ਪਾਰਲੀਮੈਂਟ ਜੋ ਕਿਸਾਨਾਂ ਦੀ ਚੱਲ ਰਹੀ ਹੈ ਉਸ ਦੇ ਸੈਸ਼ਨ ਦੇ ਦਰਮਿਆਨ ਹੀ ਗੁਰਨਾਮ ਸਿੰਘ ਚੜੂਨੀ ਨੇ ਫਿਰ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਲਗਾਤਾਰ ਅਸੀਂ ਪੁਰਾਣੇ ਸਿਆਸਤਦਾਨਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਤਾਂ ਸਾਨੂੰ ਪ੍ਰਦਰਸ਼ਨਾਂ ਦੀ ਕੋਈ ਜ਼ਰੂਰਤ ਨਹੀਂ। ਜ਼ਰੂਰਤ ਹੈ ਕਿ ਅਸੀਂ ਸਿਆਸਤ ਦੇ ਵਿੱਚ ਆਈਏ ਤੇ ਦੇਸ਼ ਦੇ ਇਸ ਸਿਆਸੀ ਸਿਸਟਮ ਨੂੰ ਸਹੀ ਕਰੀਏ। जो पंजाब में जो सबसे समृद्ध स्टेट है, जो पूरे देश में खेती में सबसे समृद्ध स्टेट है, जिसमें सबसे पहले हरित क्रांति आई है, जिसका सबसे पहले मंडी का बोर्ड का काम हुआ है, वहाँ पे आज 3-4 किसान प्रतिदिन कर्जे की वजह से आत्महत्या कर रहे हैं। तो दूसरे स्टेटों में क्या होगा सोचिए। और मैं आप लोगों को मीडिया वालों से कहूँगा, सोचिए इस व्यवस्था को आप लोग बदल सकते हैं। और अगर आपने ये व्यवस्था ना बदली ना, अगर आपने अपनी भूमिका ना निभाई ना इस देश की व्यवस्था बदलने में, आप भी कहीं ना कहीं पाप के भागीदार बन जाएंगे। सर एक गल सर चुन्नी साहब, सर एक गल सर मैं ये कह रहा हूँ, देश को जो जरूरत है उस देश की जरूरत को पूरा करने के लिए मीडिया भी आज देश में हेल्प करे। हमारे ऊपर ठेका नहीं है ये सर सब मीडिया को साथ में। सर ये 3 क्वेश्चन सर ये 3 लॉ खत्म हो जाते हैं। अब आप अपना टाइम बांट दीजिए, किसको कौन सा सवाल पहले करना है। अब दो लोग इकट्ठे सवाल कर लो। ਉਧਰ ਗੁਰਨਾਮ ਸਿੰਘ ਚੜੂਨੀ ਦੇ ਇਸ ਬਿਆਨ ਦੇ ਉੱਤੇ ਸਿੱਧਾ ਚੱਲਾਂਗੇ ਨੌਜਵਾਨ ਸਿਆਸਤਦਾਨ ਦੇ ਵੱਲ। ਇਹ ਨੌਜਵਾਨ ਸਿਆਸਤਦਾਨ ਉਹ ਨੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ 'ਚ ਆਪਣੇ ਪੈਰ ਅਜ਼ਮਾਉਣ ਜਾ ਰਹੇ ਨੇ ਤੇ ਇਹਨਾਂ ਤੋਂ ਸੁਣਾਂਗੇ ਕਿ ਆਖਿਰਕਾਰ ਗੁਰਨਾਮ ਸਿੰਘ ਚੜੂਨੀ ਦੇ ਸਿਆਸਤ ਵਿੱਚ ਆਉਣ ਦੇ ਬਿਆਨ ਨੂੰ ਕਿਸ ਤਰ੍ਹਾਂ ਵੇਖ ਰਹੇ ਨੇ। ਗੁਰਨੂਰ ਜੀ ਸਿੱਧਾ ਤੁਹਾਡੇ ਵੱਲ ਆਵਾਂਗਾ, ਕਿਸ ਤਰ੍ਹਾਂ ਵੇਖ ਰਹੇ ਹੋ ਗੁਰਨਾਮ ਸਿੰਘ ਚੜੂਨੀ ਦੇ ਇਸ ਬਿਆਨ ਨੂੰ ਕਿ ਗੁਰਨਾਮ ਸਿੰਘ ਚੜੂਨੀ ਦਾ ਇਹ ਬਿਆਨ ਕਿਤੇ ਨਾ ਕਿਤੇ ਸਹੀ ਹੈ ਜਾਂ ਨੌਜਵਾਨ ਪੀੜ੍ਹੀ ਇਸ ਨੂੰ ਕਿਸ ਪੱਖੋਂ ਵੇਖਦੀ ਹੈ? ਹਾਂਜੀ ਗਗਨ ਜੀ, ਜਿਹੜਾ ਸਭ ਤੋਂ ਪਹਿਲਾਂ ਕਿਸਾਨ ਆਗੂ ਧਰਨਾ ਲਾਈ ਬੈਠੇ ਨੇ, ਪਹਿਲੇ ਤਾਂ ਉਹਨਾਂ ਨੂੰ ਮੈਂ ਸਲਾਮ ਕਰਦਾ ਕਿ ਉਹ ਆਪਣੇ ਹੱਕਾਂ ਲਈ ਅੱਜ ਵੀ ਪੂਰੇ ਬੁਲੰਦ ਹੌਸਲੇ ਨਾਲ ਦਿੱਲੀ ਦੀ ਬਰੂਹਾਂ ਤੇ ਬੈਠੇ ਤੇ ਪਾਰਲੀਮੈਂਟ ਦਾ ਸੈਸ਼ਨ ਚਲਾ ਰਹੇ ਆ। ਤੇ ਜਿਹੜਾ ਗੁਰਨਾਮ ਸਿੰਘ ਚੜੂਨੀ ਜੀ ਨੇ ਬਿਆਨ ਦਿੱਤਾ, ਅਸੀਂ ਉਸ ਬਿਆਨ ਦਾ ਵੀ ਸਵਾਗਤ ਕਰਦੇ ਹਾਂ। ਪਰ ਜਿਹੜਾ ਪਹਿਲੇ ਸਾਡੀ ਮੁੱਢਲੀ ਲੜਾਈ ਆ ਉਹ ਹੈਗੀ ਆ ਕਿ ਪਹਿਲੇ ਅਸੀਂ ਇਹ ਲੜਾਈ ਜਿਹੜੀ ਕਾਲੇ ਕਾਨੂੰਨ ਜਿਹੜੇ ਰੱਦ ਕਰਾਉਣੇ ਆ ਉਹ ਅਸੀਂ ਜਿੱਤ ਕੇ ਆਉਣਾ ਤੇ ਉਸ ਤੋਂ ਬਾਅਦ ਇਹ ਕਿਸਾਨਾਂ ਨੂੰ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਆਪਾਂ ਕਦੋਂ ਤੱਕ ਇਸ ਲੁੱਟ ਖਸੁੱਟ ਦੇ ਸ਼ਿਕਾਰ ਬੰਦੇ ਰਵਾਂਗੇ। ਤੇ ਉਹ ਸ਼ਿਕਾਰ ਬਣਨ ਨਾਲੋਂ ਚੰਗਾ ਕਿ ਆਓ ਆਪਾਂ ਹੀ ਮੈਦਾਨ ਚਾਹੀਏ, ਸਿਆਸੀ ਮੈਦਾਨ ਚਾਹੀਏ ਤਾਂ ਜੋ ਆਪਾਂ ਸਿਆਸਤ ਨੂੰ ਸੁਧਾਰ ਸਕੀਏ ਤੇ ਇੱਕ ਮਾਡਲ ਖੜਾ ਕਰ ਸਕੀਏ ਤੇ ਸਾਰੇ ਦੇਸ਼ ਨੂੰ ਦੱਸ ਸਕੀਏ ਕਿ ਆਮ ਘਰਾਂ ਦੇ ਬੱਚੇ, ਆਮ ਘਰ ਦੇ ਲੋਕ ਵੀ ਸਿਆਸਤ ਕਰ ਸਕਦੇ ਆ ਤੇ ਪੰਜਾਬ ਨੂੰ ਖੜਾ ਕਰਨ 'ਚ ਆਪਣਾ ਯੋਗਦਾਨ ਪਾ ਸਕਦੇ ਆ। ਕਿਉਂਕਿ ਜੇ ਆਪਾਂ ਦੇਖਿਆ ਸਭ ਤੋਂ ਵੱਡੀ ਤਾਕਤ ਜਿਹੜੀ ਆ ਉਹ ਕਲਮ ਦੀ ਆ ਤਾਕਤ। ਉਹ ਕਲਮ ਦੀ ਤਾਕਤ ਨੂੰ ਆਪਣੇ ਹੱਥ 'ਚ ਲੈਣ ਦੀ ਲੋੜ ਹੈ। ਆਪਾਂ ਸਾਰੇ ਲੀਡਰ ਦੇਖ ਲਏ, ਰਵਾਇਤੀ ਲੀਡਰ ਵੀ ਦੇਖ ਲਏ, ਜਿੰਨੀਆਂ ਸਰਕਾਰਾਂ ਨੇ ਹੁਣ ਤੱਕ ਰਾਜ ਕੀਤਾ, ਇਹਨਾਂ ਨੇ ਸਿਰਫ ਸਾਨੂੰ ਬੇਇਨਸਾਫੀ ਦਾ ਪੀੜਿਤ ਬਣਾਇਆ। ਅੱਜ ਹਰ ਵਰਗ ਦੇ ਲੋਕ ਸੜਕਾਂ ਤੇ ਬੈਠੇ ਨੇ, ਨਿਰਾਸ਼ ਬੈਠੇ ਨੇ, ਮੁਸੀਬਤਾਂ ਉਹਨਾਂ ਦੇ ਸਿਰ ਤੇ ਨੇ। ਨੌਜਵਾਨ ਮਤਲਬ ਮਾਯੂਸ ਹੋ ਕੇ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਆ। ਜਦੋਂ ਆਪਾਂ ਇਹਨਾਂ ਹਾਲਾਤਾਂ ਨੂੰ ਦੇਖਦੇ ਆ ਤੇ ਸਾਡੇ ਮਨਾਂ 'ਚ ਵੀ ਇੱਕ ਜੋਸ਼ ਆਉਂਦਾ, ਸਾਡੇ ਅੰਦਰ ਵੀ ਜੋਸ਼ ਆਉਂਦਾ ਕਿ ਹੁਣ ਇੱਕ ਰੈਵੋਲੂਸ਼ਨਰੀ ਚੇਂਜ ਦੀ ਲੋੜ ਹੈ। ਉਹ ਚੇਂਜ ਤਾਂ ਹੀ ਆ ਸਕਦਾ ਜਦੋਂ ਜਿੰਨੇ ਸੁਹਿਰਦ ਲੋਕ, ਜਿਵੇਂ ਕਿਸਾਨ ਆਗੂ ਨੇ, 32 ਜਥੇਬੰਦੀਆਂ ਨੇ, ਜੇ ਸਾਰੇ ਇਕੱਠੇ ਮਿਲ ਕੇ ਆਪਣੀ ਇੱਕ ਸਿਆਸੀ ਧਿਰ ਖੜੀ ਕਰਦੇ ਨੇ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਉਮੀਦ ਆ ਸਕਦੀ ਹੈ। ਉਧਰ ਬੀਤੇ ਦਿਨੀ ਪੂਰੇ ਸੂਬੇ ਦੇ ਵਿੱਚ ਆਸ਼ਾ ਵਰਕਰਾਂ ਦੇ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਸਾਰੇ ਸੂਬਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਹੋਇਆ ਹੈ। ਲੁਧਿਆਣਾ ਸ਼ਹਿਰ ਦੇ ਵਿੱਚ ਵੀ ਭਾਰਤ ਨਗਰ ਚੌਂਕ ਦੇ ਵਿੱਚ
ਬੈਠ ਕੇ ਆਸ਼ਾ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਦੇ ਉੱਤੇ ਸਰਕਾਰ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ। ਉਹਨਾਂ ਦਾ ਕਿਹਾ ਕਿ ਲਗਾਤਾਰ ਮੀਟਿੰਗਾਂ ਦਾ ਦੌਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਚੱਲਦਾ ਹੈ, ਪਰ ਕਿਸੇ ਵੀ ਮੀਟਿੰਗ ਦਾ ਅੱਜ ਤੱਕ ਕੋਈ ਹੱਲ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਸਾਡੀਆਂ ਮੰਗਾਂ ਮੰਨੀਆਂ ਗਈਆਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਵੀ ਅਸੀਂ ਰੁਖ ਕਰ ਸਕਦੇ ਹਾਂ। देखो ਜਿਹੜਾ ਅੱਜ ਲੁਧਿਆਣੇ ਦੇ ਵਿੱਚ ਭਾਰਤ ਚੌਂਕ ਹੈ ਇਹ ਸਾਨੂੰ ਬੰਦ ਕਰਨਾ ਪਿਆ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਮੰਗ ਪੱਤਰ ਸਾਡੇ ਕੋਲ ਲੈਣ ਨਹੀਂ ਪਹੁੰਚਿਆ, ਜਦ ਕਿ ਅਸੀਂ ਪਬਲਿਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕਿਉਂਕਿ ਪਬਲਿਕ ਪਹਿਲਾਂ ਹੀ ਸਰਕਾਰਾਂ ਦੀਆਂ ਪਰੇਸ਼ਾਨ ਕੀਤੀਆਂ ਹੋਈਆਂ ਨੇ। ਅਸੀਂ ਤਾਂ ਸਿਰਫ ਤੇ ਸਿਰਫ ਮੰਗ ਪੱਤਰ ਦੇਣਾ ਤੇ ਉਦੋਂ ਤੱਕ ਸਾਡਾ ਜਿਹੜਾ ਜਾਮ ਹੈ ਉਹ ਜਾਰੀ ਹੋਣਾ। ਸਾਡੀ ਮੇਨ ਮੰਗ ਹੈ ਹਰਿਆਣਾ ਪੈਟਰਨ ਪੰਜਾਬ ਸਰਕਾਰ ਦੇਵੇ, ਪਲੱਸ ਇਨਸੈਂਟਿਵ ਕੀਤਾ ਜਾਵੇ ਆਸ਼ਾ ਵਰਕਰਾਂ ਲਈ ਤੇ ਫੈਸੀਲੇਟਰਾਂ ਲਈ ਫਿਕਸ 4000 ਰੁਪਇਆ ਪਲੱਸ ਟੂਰ ਮਨੀ ਕੀਤਾ ਜਾਵੇ ਤੇ ਮਿਨੀਮਮ ਬੇਸ ਡੀਸੀ ਰੇਟ ਘੱਟੋ ਘੱਟ 15000 ਰੁਪਇਆ ਲਾਗੂ ਕੀਤਾ ਜਾਵੇ। ਸਮਾਰਟਫੋਨ ਦਿੱਤੇ ਜਾਣ, ਕਰਮਚਾਰੀਆਂ ਦੀ ਤਰ੍ਹਾਂ ਹਾਦਸਾਗ੍ਰਸਤ ਵਰਕਰਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਅਗਲਾ ਸੰਘਰਸ਼ ਅਸੀਂ ਕੈਪਟਨ ਦੀ ਕੋਠੀ ਪਟਿਆਲੇ 'ਚ ਜਿਹੜਾ ਮੋਤੀ ਮਹਿਲ ਆ ਉਸ ਦਾ ਘਿਰਾਓ ਕਰਾਂਗੇ। ਟੋਤ ਸਿੰਘ ਸਿੱਧੂ ਦੇ ਕੋਠੀ ਦਾ ਘਿਰਾਓ ਕਰਾਂਗੇ ਅਸੀਂ ਪੂਰੇ ਜੋਰਾਂ ਸ਼ੋਰਾਂ ਨਾਲ। ਮੈਂ ਬਹੁਤ ਜ਼ਰੂਰੀ ਕੰਮ ਪੀਡੀਐਸ ਦਫ਼ਤਰ ਜਾ ਰਿਹਾ ਸੀ ਤੇ ਉਤੋਂ ਲੰਚ ਹੋਣ ਦਾ ਟਾਈਮ ਹੈ ਤੇ ਇੱਥੇ ਚੌਂਕ ਦੇ ਵਿੱਚ ਲੋਕਾਂ ਨੇ ਲਾਤਾ ਧਰਨਾ। ਕੀ ਇਹ ਆਮ ਪਬਲਿਕ ਨੂੰ ਤੰਗ ਕਰਕੇ ਇਹ ਮੰਗਾਂ ਪੂਰੀਆਂ ਹੋ ਸਕਦੀਆਂ? ਦਲਜੀਤ ਸਿੰਘ ਚੀਮਾ ਨੇ ਵੀ ਇਹਨਾਂ ਆਸ਼ਾ ਵਰਕਰਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਦੇ ਉੱਤੇ ਲਿਆਏ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹ ਮਸਲੇ ਹੱਲ ਨਹੀਂ ਹੁੰਦੇ ਤਾਂ ਆਸ਼ਾ ਵਰਕਰਾਂ ਦਾ ਸਾਥ ਅਕਾਲੀ ਦਲ ਵੀ ਅੱਗੇ ਆ ਕੇ ਦੇਵੇਗਾ। ਦੇਖੋ ਜਿੱਡੀ ਵੱਡੀ ਅੱਜ ਮੁਲਾਜ਼ਮਾਂ ਦੀ ਪਟਿਆਲੇ ਰੈਲੀ ਹੋਈ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਰਿਕਾਰਡ, ਕਿਉਂਕਿ ਹਰ ਮਹਿਕਮੇ ਦਾ ਮੁਲਾਜ਼ਮ ਜਿਹੜਾ ਸਰਕਾਰ ਤੋਂ ਦੁਖੀ ਹੈ। ਪਹਿਲੀ ਗੱਲ ਕਿ ਐਡਾ ਵੱਡਾ ਧੋਖਾ ਕਿ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਅਨਾਉਂਸ ਕਰ ਦਿੱਤੀ ਤੇ ਲਾਗੂ ਜਿਹੜਾ ਕਰਨਾ ਉਹ ਸਾਰਾ ਕੁਝ ਅਗਲੀ ਸਰਕਾਰ ਦੇ ਉੱਤੇ ਛੱਡ ਦਿੱਤਾ ਕਿ ਅਗਲੀ ਸਰਕਾਰ ਆ ਕੇ ਲਾਗੂ ਕਰੇ। ਔਰ ਬਹੁਤ ਸਾਰੇ ਮੁਲਾਜ਼ਮਾਂ ਦੇ, ਖਾਸ ਕਰਕੇ ਡਾਕਟਰਾਂ ਦੇ, ਹੋਰ ਸਟਾਫ ਦੇ ਜਿਹੜੇ ਇੰਪੋਰਟੈਂਟ ਭੱਤੇ ਸੀ ਉਹ ਵੀ ਇਹਦੇ 'ਚ ਕੱਟ ਲਏ। ਔਰ ਬਹੁਤ ਸਾਰੇ ਇਹੋ ਜਿਹੇ ਆ ਜਿਨ੍ਹਾਂ ਦੀ ਪੇ ਕਮਿਸ਼ਨ ਦੇ ਵਿੱਚ ਦੁਬਾਰਾ ਲਾਗੂ ਹੋਣ 'ਤੇ ਤਨਖਾਹ ਪਹਿਲਾਂ ਨਾਲੋਂ ਵੀ ਘੱਟ ਰਹੀ। ਇਸ ਲਈ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਇਮੀਡੀਏਟਲੀ ਇਹਨੂੰ 2017 ਤੋਂ ਲਾਗੂ ਕਰ ਦੇ। ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਸੀ ਪਹਿਲਾਂ ਤਾਂ ਇੱਕ ਸਾਲ ਕਰਕੇ ਅਖੀਰਲੇ ਸਾਲ 'ਤੇ ਲੈਣ ਦਾ, ਤੇ ਅਖੀਰਲੇ ਸਾਲ ਦੇ ਵਿੱਚ ਵੀ ਹੁਣ ਅਨਾਉਂਸਮੈਂਟ ਕਰਕੇ ਤੇ ਜਿਹੜੇ ਸਾਰੇ ਉਹਨਾਂ ਦੇ ਏਰੀਅਲ ਹੈ ਉਹ ਅੱਗੇ ਅਗਲੀ ਸਰਕਾਰ ਦੀ ਤਰਫ। ਇਸ ਕਰਕੇ ਇਸ ਧੋਖੇਦੇਹੀ ਦੇ ਖਿਲਾਫ ਅੱਜ ਜਿਹੜਾ ਮੁਲਾਜ਼ਮਾਂ ਨੇ ਸੰਘਰਸ਼ ਕੀਤਾ ਮੈਂ ਉਹਦਾ ਹਮਾਇਤ ਵੀ ਕਰਦਾ, ਪਰ ਅਫਸੋਸ ਇਸ ਗੱਲ ਦਾ ਹੈ ਕਿ ਸਰਕਾਰ ਖੁਦ ਹੜਤਾਲ 'ਤੇ। ਹੁਣ ਸੁਣੇ ਕੌਣ ਲੋਕਾਂ ਦੀ? ਮੁਲਾਜ਼ਮ ਹੜਤਾਲ 'ਤੇ ਹੈ, ਬਾਕੀ ਮਹਿਕਮੇ ਲੋਕੀ ਜਿਹੜੇ ਆ ਤਰਸ ਰਹੇ ਆ, ਪਰ ਸਰਕਾਰ ਤਾਂ ਖੁਦ ਹੜਤਾਲ 'ਤੇ ਬੈਠੀ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੀ ਨਹੀਂ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।